ਦਰਸ਼ਨ ਸਿੰਘ ਜੀ ਨੇ ਲਿਖਿਆ ਸੀ ਕਿ ਜਦੋਂ ਪੁਰਾਣਾ ਧਰਮ ਮੈਂ ਛੱਡ ਦਿੱਤਾ, ਪੁਰਾਣੇ ਧਾਰਮਿਕ ਕਰਮ ਸਾਰੇ ਦੇ ਸਾਰੇ ਹੀ ਛੱਡ ਦਿੱਤੇ। ਧਾਰਮਿਕ ਚਿੰਨ੍ਹ ਵੀ ਉਤਾਰ ਦਿੱਤੇ, ਧਾਰਮਿਕ ਪਾਠ ਪੂਜਾ ਵੀ ਬੰਦ ਕਰ ਦਿੱਤੀ। ਅਤੇ ਜਦੋਂ ਪੂਰਾ ਦਾ ਪੂਰਾ ਮੈਂ ਛੱਡ ਦਿੱਤਾ ਪੁਰਾਣਾ ਧਰਮ, ਉਦੋਂ ਤੁਸੀਂ ਮੇਰੀ ਆ ਕੇ ਬਾਹਾਂ ਫੜੀ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਪੁਰਾਣਾ ਧਰਮ ਤੁਹਾਡੇ ਕੋਲੋਂ ਪੂਰਾ ਦਾ ਪੂਰਾ ਛੁੱਟ ਗਿਆ, ਜਾਣ ਲਿਆ ਚੰਗੀ ਤਰ੍ਹਾਂ ਤੇ ਛੁੱਟ ਗਿਆ, ਫਿਰ ਤੁਸੀਂ ਯੋਗ ਹੋਏ ਨਵੇਂ ਧਰਮ ਨੂੰ ਅੰਗੀਕਾਰ ਕਰਨ ਵਾਸਤੇ। ਇਹ ਗੱਲ ਖਿਆਲ ਵਿੱਚ ਰੱਖੋ। ਪੁਰਾਣੇ ਧਰਮ ਨੂੰ ਛੱਡਣ ਵਾਸਤੇ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਤਾਂ ਕਿ ਤੁਸੀਂ ਨਵੇਂ ਨੂੰ ਸਵੀਕਾਰ ਕਰ ਸਕੋ। ਕਈ ਸਰੋਤੇ ਜਿਹੜੇ ਹਨ ਉਹ ਸੋਚਦੇ ਹਨ, ਕਹਿੰਦੇ ਵੀ ਹਨ ਵੀ ਪੁਰਾਣੇ ਧਰਮ ਦੇ ਵਿੱਚ ਜਿਹਦੇ ਵਿੱਚ ਅਸੀਂ ਪੈਦਾ ਹੋਏ ਹਾਂ ਜਾਂ ਸਾਨੂੰ ਸਿਖਾਇਆ ਗਿਆ ਹੈ, ਦੱਸਿਆ ਗਿਆ ਹੈ, ਉਹ ਧਰਮ ਦੀਆਂ ਰਹੁ ਰੀਤੀਆਂ ਵੀ ਨਿਭਾਉਂਦੇ ਰਹੀਏ ਅਤੇ ਤੁਹਾਨੂੰ ਵੀ ਸੁਣਦੇ ਰਹੀਏ, ਸਮਝਦੇ ਰਹੀਏ। ਐਸਾ ਨਹੀਂ ਹੋ ਸਕਦਾ। ਐਸਾ ਤਾਂ ਹੋ ਸਕਦਾ ਹੈ ਤੁਸੀਂ ਸੁਣਦੇ ਰਹੋ, ਪਰ ਪਹੁੰਚੋਗੇ ਕਿਤੇ ਵੀ ਨਹੀਂ ਤੁਸੀਂ। ਨਾ ਘਰ ਦੇ ਨਾ ਘਾਟ ਦੇ। ਖਿਆਲ ਵਿੱਚ ਰੱਖੋ ਕੁਛ ਕੁ ਜ਼ਰੂਰੀ ਗੱਲਾਂ। ਧਰਮ ਜਦੋਂ ਵੀ ਪੈਦਾ ਹੁੰਦਾ ਹੈ ਨਾ, ਉਦੋਂ ਬਿਲਕੁਲ ਨਿਰਲੇਪ ਹੁੰਦਾ ਹੈ, ਸ਼ੁੱਧ ਹੁੰਦਾ ਹੈ, ਸਵੱਛ ਹੁੰਦਾ ਹੈ। ਤਦੇ ਕਿਹਾ ਸੀ ਨਾ ਬਾਬੇ ਨਾਨਕ ਨੇ, ਨਿਰਮਲ ਪੰਥ ਚਲਾਇਆ ਮੈਲ ਤੂੰ ਰਹਿਤ। ਉਸ ਧਰਮ ਦੇ ਉੱਪਰ ਕਿਸੇ ਵੀ ਧਰਮ ਦੀ ਛਾਪ ਨਹੀਂ ਹੁੰਦੀ। ਉਹ ਸੁਤੰਤਰ ਹੁੰਦਾ ਹੈ। ਜਿਵੇਂ ਐਵੇਂ ਸਮਝ ਲਓ ਤੁਸੀਂ, ਮੈਂ ਬੋਲ ਰਿਹਾ ਹਾਂ, ਕਿਸੇ ਧਰਮ ਨੂੰ ਖਿਆਲ ਵਿੱਚ ਰੱਖ ਕੇ ਥੋੜ੍ਹੀ ਬੋਲ ਰਿਹਾ ਹਾਂ ਵੀ ਮੈਂ ਸਿੱਖਾਂ ਨੂੰ ਖਿਆਲ ਵਿੱਚ ਰੱਖ ਕੇ ਬੋਲ ਰਿਹਾ ਹਾਂ ਵੀ ਸਿੱਖਾਂ ਵਾਲੇ ਪਾਸੇ ਦਾ ਜ਼ਿਆਦਾ ਬੋਲਣਾ ਹੈ ਜਾਂ ਹਿੰਦੂਆਂ ਦੇ ਵਾਲੇ ਪਾਸੇ ਦਾ ਜ਼ਿਆਦਾ ਬੋਲਣਾ ਹੈ ਜਾਂ ਕਿਸੇ ਪਰੰਪਰਾ ਨੂੰ ਖਿਆਲ ਵਿੱਚ ਰੱਖ ਕੇ ਬੋਲ ਰਿਹਾ। ਮੈਂ ਤਾਂ ਬਿਲਕੁਲ ਸੁਤੰਤਰਤਾ ਦੇ ਨਾਲ ਬੋਲ ਰਿਹਾ ਹਾਂ ਨਾ। ਸ਼ੁੱਧ ਬੋਲ ਰਿਹਾ। ਪਰ ਕਥਾਵਾਚਕ ਜਿਹੜੇ ਹਨ, ਪ੍ਰਚਾਰਕ ਜਿਹੜੇ ਹਨ, ਉਹ ਜਿਹੜੀ ਪਰੰਪਰਾ 'ਚ ਹੁੰਦੇ ਹਨ ਉਸ ਪਰੰਪਰਾ ਨੂੰ ਖਿਆਲ ਵਿੱਚ ਰੱਖ ਕੇ ਬੋਲਦੇ ਹਨ। ਹੁਣ ਕੋਈ ਸਿੱਖ ਪ੍ਰਚਾਰਕ ਹੈ, ਸਿੱਖੀ ਸਿਧਾਂਤ ਨੂੰ ਖਿਆਲ ਵਿੱਚ ਰੱਖ ਕੇ ਬੋਲਦਾ ਹੈ। ਰੱਖ ਕੇ ਬੋਲਦਾ ਹੈ ਨਾ। ਅਤੇ ਜੋ ਉਪਦੇਸ਼ ਜਿਹਨੇ ਕਿਹਾ ਸੀ, ਉਹਨੇ ਸੁਤੰਤਰਤਾ ਦੇ ਨਾਲ ਕਿਹਾ ਸੀ। ਉਹਨੇ ਕਿਸੇ ਨੂੰ ਖਿਆਲ ਵਿੱਚ ਰੱਖ ਕੇ ਨਹੀਂ ਬੋਲਿਆ ਸੀ। ਅਤੇ ਜਿਵੇਂ ਇੱਧਰੋਂ ਕਿਸੇ ਧਰਮ ਨੂੰ ਖਿਆਲ ਵਿੱਚ, ਕਿਸੇ ਮਜ਼ਹਬ ਨੂੰ, ਕਿਸੇ ਪਰੰਪਰਾ ਨੂੰ ਖਿਆਲ ਵਿੱਚ ਰੱਖ ਕੇ ਨਹੀਂ ਬੋਲਿਆ ਜਾ ਰਿਹਾ, ਤੁਸੀਂ ਵੀ
ਅਗਰ ਕਿਸੇ ਪਰੰਪਰਾ ਨੂੰ ਖਿਆਲ ਵਿੱਚ ਰੱਖ ਕੇ ਸੁਣੋਗੇ ਤੇ ਸੁਣ ਹੀ ਨਹੀਂ ਪਾਓਗੇ। ਕਿਵੇਂ ਸੁਣੋਗੇ? ਤੁਸੀਂ ਪਰੰਪਰਾ ਦੇ ਨਾਲ ਤਾਲਮੇਲ ਬਿਠਾਉਂਦੇ ਰਹੋਗੇ। ਕਈ ਪ੍ਰੇਮੀ ਕਹਿ ਵੀ ਦਿੰਦੇ ਹਨ ਵੀ ਜਿਨ੍ਹਾਂ ਨੂੰ ਮੰਨਦੇ ਹਾਂ ਮਹਾਂਪੁਰਸ਼ ਕੋਈ, ਉਹਨਾਂ ਦਾ ਉਪਦੇਸ਼ ਵੀ ਤੁਹਾਡੇ ਵਰਗਾ ਹੀ ਹੈ। ਨਹੀਂ ਹੋ ਸਕਦਾ ਹੈ, ਪਰ ਫਿਰ ਵੀ ਤੁਸੀਂ ਖਿਆਲ ਵਿੱਚ ਰੱਖਿਓ ਜੋ ਜਾਗਰਤ ਪੁਰਸ਼ ਵੀ ਹੋਣ ਤਾਂ ਵੀ ਤੁਹਾਨੂੰ ਇੱਕ ਪਾਸੇ ਜਾਣਾ ਪਵੇਗਾ। ਉਹਦਾ ਇਹ ਕਾਰਨ ਹੈ, ਜਿਵੇਂ ਤੁਸੀਂ ਬਾਹਰ ਕਿਸੇ ਡਾਕਟਰ ਕੋਲ ਦਵਾਈ ਲੈਂਦੇ ਹੋ ਨਾ, ਅਤੇ ਅਕਸਰ ਕਿਹਾ ਜਾਂਦਾ ਹੈ ਵੀ ਜਿਹੜੇ ਡਾਕਟਰ 'ਤੇ ਸ਼ਰਧਾ ਹੋਵੇ ਉਹਦੀ ਦਵਾਈ ਜ਼ਿਆਦਾ ਲੱਗਦੀ ਹੈ। ਇਹ ਤਾਂ ਬਾਹਰ ਦੀ ਦਵਾਈ ਦੀ ਗੱਲ ਹੈ। ਤੁਹਾਨੂੰ ਡਾਕਟਰ 'ਤੇ ਸ਼ਰਧਾ ਹੈ ਵੀ ਇਸ ਡਾਕਟਰ ਦੀ ਦਵਾਈ ਨਾਲ ਮੈਂ ਠੀਕ ਹੋ ਜਾਣਾ, ਪਰ ਜਿਹੜੀ ਅੰਦਰਲੀ ਦਵਾਈ ਹੈ ਨਾ, ਇਹਦੇ ਵਾਸਤੇ ਬਹੁਤ ਗਹਿਰੀ ਸ਼ਰਧਾ ਹੋਣੀ ਚਾਹੀਦੀ, ਭਾਵਨਾ ਹੋਣੀ ਚਾਹੀਦੀ। ਇਹ ਦਰਅਸਲ ਭਾਵਨਾ ਦੇ ਰਸਤੇ ਹੀ ਦਵਾਈ ਤੁਹਾਨੂੰ ਮਿਲਦੀ। ਪ੍ਰੇਮ ਦੇ ਮਾਰਗ ਥਾਣੀ ਹੀ ਦਵਾਈ ਤੁਹਾਡੇ ਕੋਲ ਪਹੁੰਚਦੀ ਹੈ, ਅੰਦਰੂਨੀ ਜਿਹੜੀ। ਅਤੇ ਇਹ ਜਿਹੜੀ ਅੰਦਰੂਨੀ ਦਵਾਈ ਹੈ ਨਾ, ਇਹ ਤਾਂ ਬਹੁਤ ਗਹਿਰੇ ਲਗਾਵ ਦੇ ਵਿੱਚ ਮਿਲਦੀ ਹੈ ਨਾ। ਅਤੇ ਇਸ ਕਰਕੇ ਇਹਦੇ 'ਤੇ ਦੂਰੀ ਦਾ ਵੀ ਅਸਰ ਨਹੀਂ ਹੁੰਦਾ ਹੈ। ਭਾਵੇਂ ਕਿੱਡੀ ਹੀ ਦੂਰ ਤੁਸੀਂ ਬੈਠੇ ਹੋ, ਫਿਰ ਵੀ ਦੇਖੋ ਤੁਹਾਡੇ ਕੋਲ ਸੰਦੇਸ਼ ਪਹੁੰਚ ਰਿਹਾ ਹੈ ਅਤੇ ਅਸਰ ਹੋ ਰਿਹਾ ਹੈ, ਹੋ ਹੀ ਰਿਹਾ ਹੈ ਨਾ। ਅਤੇ ਇਹ ਜੋ ਅੰਦਰਲੀ ਦਵਾਈ ਹੈ ਨਾ, ਇਹ ਗਹਿਰੇ ਪ੍ਰੇਮ ਦੇ ਵਿੱਚ ਕਿਉਂ ਮਿਲਦੀ ਹੈ, ਕਿਉਂ ਦਿੱਤੀ ਜਾਂਦੀ ਹੈ? ਕਿਉਂਕਿ ਇਹ ਕੌੜੀ ਬਹੁਤ ਹੈ। ਜਿਵੇਂ ਬਹੁਤ ਕੌੜੀ ਦਵਾ ਹੋਵੇ ਨਾ, ਅਤੇ ਮਾਈਆਂ ਬੱਚੇ ਨੂੰ ਹਸਾ ਕੇ ਉਹਦੇ ਮੂੰਹ ਦੇ ਵਿੱਚ ਪਾ ਦਿੰਦੀਆਂ ਹਨ। ਉਹਨੂੰ ਪਹਿਲਾਂ ਹਸਾਉਣਾ, ਗੁਦਗੁਦੀ ਕਰਨੀ, ਉਹ ਮੂੰਹ ਅੱਡ ਲੈਂਦਾ, ਉਹਦੇ ਮੂੰਹ 'ਚ ਫਟਾਫਟ ਪਾ ਕੇ ਪਿੱਛੋਂ ਪਾਣੀ ਪਾ ਦੇਣਾ, ਉਹ ਨਿਗਲ ਜਾਂਦਾ। ਕੌੜੀ ਹੈ ਨਾ, ਪ੍ਰੇਮ ਨਾਲ ਪਿਆਤੀ, ਬੱਚੇ ਦੇ ਮੂੰਹ 'ਚ ਪਾ ਦਿੱਤੀ ਹਸਾ ਕੇ। ਇੱਦਾਂ ਹੀ ਇਹ ਜਿਹੜੀ ਦਵਾ ਹੈ, ਇਹ ਵੀ ਪ੍ਰੇਮ ਦੁਆਰਾ ਹੀ ਦਿੱਤੀ ਜਾਂਦੀ ਹੈ, ਅਤੇ ਪ੍ਰੇਮੀ ਹੀ ਲੈਂਦੇ ਹਨ।
ਕਿਉਂਕਿ ਕੌੜੀ ਬਹੁਤ ਹੈ। ਮੂੰਹ ਅੱਡਣ ਨੂੰ ਤਿਆਰ ਹੋ ਜਾਂਦੇ ਆ, ਅਤੇ ਹਾਸੇ ਹਾਸੇ ਦੇ ਵਿੱਚ ਹੀ ਦਵਾਈ ਅੰਦਰ ਚਲੇ ਜਾਂਦੀ। ਫਿਰ ਦੂਸਰੀ ਗੱਲ ਇਹ ਹੈ ਵੀ ਇਹ ਜੋ ਧਰਮ ਹੈ ਨਾ, ਸ਼ੁਰੂਆਤੀ ਤੌਰ 'ਤੇ ਬਹੁਤ ਨਿਰਮਲ ਹੁੰਦਾ ਹੈ। ਜਦੋਂ ਸ਼ੁਰੂ ਹੁੰਦਾ ਹੈ ਬਿਲਕੁਲ ਗੰਗੋਤਰੀ ਦੀ ਤਰ੍ਹਾਂ ਸਾਫ਼ ਪਾਣੀ, ਫਿਰ ਅੱਗੇ ਅੱਗੇ ਜਾਂਦਾ 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 ਕਚਰਾ ਪੈਂਦਾ ਜਾਂਦਾ ਹੈ। ਅਤੇ ਕਚਰਾ ਹੀ ਵੱਧਦਾ ਜਾਂਦਾ ਹੈ। ਗੰਗਾ ਤਾਂ ਬਹੁਤ ਚੌੜੀ ਹੋ ਜਾਂਦੀ ਹੈ, ਪਰ ਕਚਰਾ ਜ਼ਿਆਦਾ ਹੋ ਜਾਂਦਾ। ਇੱਦਾਂ ਹੀ ਧਰਮ ਅੱਗੇ ਅੱਗੇ ਵਿਰਾਟ ਰੂਪ ਲੈ ਲੈਂਦਾ ਹੈ, ਪਰ ਵੈਸੇ ਨਿਰਮਲਤਾ ਨਹੀਂ ਰਹਿ ਜਾਂਦੀ ਹੈ ਜੈਸੀ ਪਹਿਲਾਂ ਸੀ। ਜਿੰਨਾ ਚਿਰ ਜਾਗਰਤ ਪੁਰਸ਼ ਰਹਿੰਦੇ ਹਨ ਉਹਨਾਂ ਚਿਰ ਨਿਰਮਲ ਰਹਿੰਦਾ। ਫਿਰ ਧਰਮ ਪੈ ਜਾਂਦਾ ਹੈ ਸੁੱਤੇ ਹੋਇਆਂ ਦੇ ਹੱਥ, ਅਤੇ ਜਿਹੜੇ ਸੁੱਤੇ ਹੋਏ ਹਨ ਨਾ ਉਹ ਆਪਣੇ ਢੰਗ ਦੇ ਨਾਲ ਅਰਥ ਕਰਦੇ ਹਨ। ਇਹੋ ਹੀ ਮੈਂ ਕਹਿ ਰਿਹਾ ਹਾਂ ਨਾ ਵੀ ਕਥਾਵਾਚਕ ਜਿਹੜੇ ਹਨ ਇਹਨਾਂ ਨੇ ਬਾਹਰੀ ਧਰਮ ਜਾਣਿਆ ਹੈ, ਸਿੱਖ ਸਿਧਾਂਤ ਜਾਣੇ ਹਨ, ਸਿੱਖ ਮਰਿਆਦਾ ਜਾਣੀ ਹੈ, ਸਿੱਖ ਰਹਿਤ ਦੇ ਵਿੱਚ ਰਹੇ ਹਨ, ਅਤੇ ਸਿੱਖੀ ਸਿਧਾਂਤ ਦੇ ਮੁਤਾਬਕ ਹੀ ਇਹ ਬੋਲਦੇ ਹਨ। ਸਤਿਪੁਰਖਾਂ ਦੀ ਬਾਣੀ ਦੇ ਅਰਥ ਵੀ ਕਰਦੇ ਹਨ, ਤੋ ਵੀ ਸਿੱਖੀ ਸਿਧਾਂਤ ਦੇ ਮੁਤਾਬਕ। ਅਗਰ ਨਾ ਕੋਈ ਕਰੇ ਤਾਂ ਕਹਿ ਨਹੀਂ ਦਿੰਦੇ ਹਨ ਕਿ ਫਲਾਨਾ ਸਿੱਖੀ ਸਿਧਾਂਤ ਤੂੰ ਉਲਟ ਬੋਲ ਰਿਹਾ, ਤਾਂ ਬਹੁਤ ਨਾਰਾਜ਼ ਹੁੰਦੇ ਹਨ, ਕਿਸੇ ਨੂੰ ਬੋਲਣ ਵੀ ਨਹੀਂ ਦਿੰਦੇ ਅਤੇ ਨਾ ਹੀ ਆਪ ਬੋਲਦੇ ਹਨ। ਅਤੇ ਸਿੱਖੀ ਸਿਧਾਂਤ ਬਣਿਆ ਹੋਇਆ ਹੈ ਬਾਹਰ, ਬਾਣੀ ਆਈ ਹੈ ਅੰਦਰੋਂ, ਅਤੇ ਅੰਦਰਲੇ ਉਪਦੇਸ਼ ਨੂੰ ਬਾਹਰ ਦੇ ਸਿਧਾਂਤ ਨਾਲ ਮੇਲ ਕਰਕੇ ਕਿਹਾ ਜਾਂਦਾ ਹੈ। ਬਾਹਰ ਦੇ ਸਿਧਾਂਤ ਨੂੰ ਖਿਆਲ ਵਿੱਚ ਰੱਖ ਕੇ ਕਿਹਾ ਜਾਂਦਾ ਹੈ ਅੰਦਰਲੇ ਉਪਦੇਸ਼ ਨੂੰ। ਇਸ ਕਰਕੇ ਉਹ ਸ਼ੁੱਧ ਨਹੀਂ ਰਹਿ ਜਾਂਦਾ। ਅਤੇ ਜੋ ਵੀ ਸਤਿਪੁਰਖਾਂ ਦੀ ਬਾਣੀ ਦੇ ਅਰਥ ਕੀਤੇ ਜਾਂਦੇ ਹਨ ਨਾ, ਕਰਦੇ ਹਨ, ਸਮਝਾਉਂਦੇ ਹਨ, ਉਹ ਜਿਹੜੀ ਵੀ ਪਰੰਪਰਾ 'ਚ ਰਹਿ ਰਹੇ ਹਨ ਉਸ ਪਰੰਪਰਾ ਦੇ ਹਿਸਾਬ ਨਾਲ ਸਮਝਾਉਂਦੇ ਹਨ। ਉਹ ਕੋਈ ਵੀ ਪਰੰਪਰਾ ਹੋ ਸਕਦੀ, ਉਹਨੂੰ ਖਿਆਲ ਵਿੱਚ ਰੱਖ ਕੇ ਸਮਝਾਉਂਦੇ। ਅਤੇ ਧਰਮ ਧੀਰੇ ਧੀਰੇ ਸੁੱਤੇ ਹੋਇਆਂ ਲੋਕਾਂ ਦੇ ਹੱਥ ਦੇ ਵਿੱਚ ਪੈ ਕੇ ਅਤੇ ਬਾਹਰ ਸੰਸਾਰੀ ਹੋ ਜਾਂਦਾ ਹੈ। ਸੰਸਾਰੀਆਂ ਦੇ ਹੱਥ ਵਿੱਚ ਪੈ ਕੇ ਸੰਸਾਰੀ ਹੋਵੇਗਾ ਨਾ। ਅਤੇ ਅਜੋਕੇ ਸਮੇਂ 'ਚ ਸਿੱਖ ਧਰਮ ਵੀ ਸੰਸਾਰੀ ਹੋ ਗਿਆ ਹੈ, ਸੰਸਾਰੀ ਹੀ ਉਹਦਾ ਉਪਯੋਗ ਕਰ ਰਹੇ ਹੈ। ਜਿਵੇਂ ਇੱਕ ਦਿਨ ਇੱਕ ਨੌਜਵਾਨ ਕਹਿ ਵੀ ਰਿਹਾ ਸੀ, ਇੱਕ ਦੁੱਖ ਨਿਵਾਰਣ ਕੋਈ ਸੁਸਾਇਟੀ ਬਣੀ ਹੋਈ ਹੈ, ਉਹ ਪਾਠ ਦੱਸਦੇ ਹਨ ਦੁੱਖਾਂ ਨੂੰ ਦੂਰ ਕਰਨ ਵਾਸਤੇ। ਜੋ ਉਪਦੇਸ਼ ਹੈ ਬਾਬੇ ਨਾਨਕ ਦਾ, ਉਹਦੀ ਬਾਣੀ ਦੇ ਵਿੱਚੋਂ ਕੱਢ ਕੇ ਉਹ ਦੱਸਦੇ ਹਨ ਵੀ ਆਹ ਪਾਠ ਕਰੋ, ਤੁਹਾਡਾ ਦੁੱਖ ਦੂਰ ਹੋਊਗਾ। ਤਾਂ ਉਹਨਾਂ ਦੀਆਂ ਕਹਿੰਦਾ ਕਈ ਬ੍ਰਾਂਚਾਂ ਖੁੱਲ੍ਹਣੀਆਂ ਹੀ ਹਨ। ਲੋਕ ਕਿੰਨੇ ਦੁਖੀ ਹਨ, ਦੁੱਖ ਦਾ ਕਰਕੇ ਹੀ ਧਾਰਮਿਕ ਹੋਈ ਜਾਂਦੇ, ਧਾਰਮਿਕ ਪਾਠ ਕਰ ਰਹੇ। ਹੁਣ ਜਿਹੜਾ ਇਹ ਉਪਦੇਸ਼ ਹੈ ਉਹ ਸਰੀਰਕ ਦੁੱਖਾਂ ਨੂੰ ਦੂਰ ਕਰਨ ਵਾਸਤੇ ਥੋੜ੍ਹੀ।
ਇਹ ਤੇ ਮਨ ਦੇ ਜਿਹੜੇ ਰੋਗ ਸਨ ਸਾਰੇ ਦੇ ਸਾਰੇ, ਕਹਿੰਦੇ ਸਰਵ ਰੋਗ ਕਾ ਔਖਦ ਨਾਮ, ਸਾਰੇ ਹੀ ਰੋਗ ਜਿੰਨੇ ਮਾਨਸਿਕ ਹਨ ਉਹਨਾਂ ਦੀ ਦਵਾਈ ਹੈ। ਪਰ ਦਵਾਈ ਤਿਆਰ ਕਿਵੇਂ ਕਰਨੀ ਹੈ ਉਹ ਤੇ ਉਹ ਹੀ ਦੱਸੂਗਾ ਨਾ ਜਿਹਨੇ ਤਿਆਰ ਕਰਕੇ ਖਾਧੀ ਹੈ। ਦਵਾਈ ਤੇ ਹੈ ਲਿਖੀ ਹੋਈ ਹੈ, ਪਰ ਤਿਆਰ ਕਰਕੇ ਖਾਣੀ ਕਿਵੇਂ ਹੈ ਜਿਹਨੇ ਖਾਧੀ ਹੈ ਉਹ ਹੀ ਦੱਸੇਗਾ। ਇਹ ਜੋ ਬਾਹਰ ਧਰਮ ਹੈ ਨਾ ਬਿਲਕੁਲ ਖੋਖਲਾ ਹੋ ਗਿਆ ਹੈ, ਖੋਲ ਹੀ ਰਹਿ ਗਿਆ, ਬਾਹਰੋਂ ਬਾਹਰੋਂ ਹੀ ਰਹਿ ਗਿਆ, ਦਿਖਾਵਾ ਹੀ ਰਹਿ ਗਿਆ। ਫਿਰ ਦੂਸਰੀ ਗੱਲ ਇਹ ਹੈ, ਜਦੋਂ ਕੋਈ ਨਵਾਂ ਧਰਮ ਪੈਦਾ ਹੁੰਦਾ ਹੈ ਨਾ, ਭਾਵੇਂ ਉਹ ਹੋਵੇ ਪਰੰਪਰਾ ਦੇ ਵਿੱਚੋਂ ਹੀ ਪੈਦਾ, ਫਿਰ ਵੀ ਉਹ ਪਰੰਪਰਾ ਤੋਂ ਬਾਹਰ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਥੋੜ੍ਹੀ ਜਿਹੀ, ਰੱਖਣ ਯੋਗ ਹੈ ਥੋੜ੍ਹੀ ਜਿਹੀ, ਰੱਖਣ ਯੋਗ ਹੈ।